ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਬਿਆਨਾਂ ਦੀ ਗੱਲ ਕਰ ਲੈਂਦੇ ਹਾਂ, ਖਾਸ ਕਰਕੇ ਉਹ ਬਿਆਨ ਜਿਹੜੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਈ ਵਾਰ ਕਾਲੇ ਅੱਖਰਾਂ ਨਾਲ ਲਿਖੇ ਜਾਂਦੇ ਨੇ। ਇਹੋ ਜਿਹੇ ਕਈ ਬਿਆਨ ਆਏ ਨੇ। ਇੱਕ ਬਿਆਨ ਤੁਹਾਨੂੰ ਯਾਦ ਕਰਾਉਂਦੇ ਹਾਂ, ਜਿਹੜੇ 1984 ਜਦੋਂ ਦੰਗੇ ਹੋਏ ਸੀ, ਸਿੱਖ ਕਤਲੇਆਮ ਹੋਇਆ ਸੀ, ਉਸ ਸਮਾਂ ਇੱਕ ਬਿਆਨ ਆਇਆ ਸੀ ਕਿ ਜਦੋਂ ਇੱਕ ਵੱਡਾ ਦਰਖਤ ਗਿਰਦਾ ਹੈ ਤੇ ਧਰਤੀ ਡੋਲਦੀ ਹੈ। ਇਸ ਤਰ੍ਹਾਂ ਦਾ ਇੱਕ ਬਿਆਨ ਆਇਆ ਸੀ। ਇਸ ਬਿਆਨ ਦੀ ਚੌਤਰਫਾ ਨਿੰਦਿਆ ਤੇ ਹੋਈ ਸੀ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਆ ਬਿਆਨ ਹਜੇ ਵੀ ਦਰਜ ਹੈ। ਇਸੇ ਤਰ੍ਹਾਂ ਦਾ ਹੁਣ ਇੱਕ ਬਿਆਨ ਜਿਹੜਾ ਉਹ ਸੁਰਖੀਆਂ ਦੇ ਵਿੱਚ ਹੈ, ਜਿਹੜਾ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਲੈ ਕੇ ਸੰਗਰੂਰ ਦੇ ਐਮਪੀ ਸਿਮਰਨਜੀਤ ਸਿੰਘ ਮਾਨ ਦੀ ਤਰਫੋਂ ਦਿੱਤਾ ਗਿਆ। ਸ਼ਹੀਦੇ ਆਜ਼ਮ ਜਿਹੜੇ ਯੂਥ ਦੇ ਆਈਕਨ ਨੇ, ਜਿਹੜੇ ਆਈਡਲ ਮੰਨੇ ਜਾਂਦੇ ਨੇ, ਜਿਨ੍ਹਾਂ ਨੇ ਜਵਾਨੀ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਸਿੱਧੇ ਤੌਰ ਤੇ ਦੇਸ਼ ਦੇ ਨਾਂ ਕੁਰਬਾਨ ਕਰਤੀ, ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰਤੀ। ਔਰ ਜਦੋਂ ਵੀ ਆਜ਼ਾਦੀ ਦਾ ਜ਼ਿਕਰ ਹੁੰਦਾ ਹੈ, ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜ਼ਿਕਰ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਦੀ ਗੱਲ ਕਰੀਏ, ਉਹਨਾਂ ਦਾ ਜ਼ਿਕਰ ਹੁੰਦਾ ਹੈ। ਅਸੰਖਿਆ ਇਹੋ ਜਿਹੇ ਸ਼ਹੀਦ ਨੇ ਜਿਨ੍ਹਾਂ ਦਾ ਜ਼ਿਕਰ ਹੁੰਦਾ ਔਰ ਉਹਨਾਂ ਨੂੰ ਅੱਜ ਅੱਤਵਾਦੀ ਕਹਿਣਾ ਇੱਕ ਵੱਡਾ ਮਸਲਾ ਬਣ ਗਿਆ। ਭਾਵਨਾਵਾਂ ਆਹਤ ਹੋ ਰਹੀਆਂ ਨੇ। ਲੋਕੀ ਸ਼ਿਕਾਇਤਾਂ ਕਰ ਰਹੇ ਨੇ ਕਿ ਜਿਸ ਨੇ ਬਿਆਨ ਦਿੱਤਾ, ਜਿਸ ਐਮਪੀ ਨੇ ਬਿਆਨ ਦਿੱਤਾ, ਉਹਦੇ ਖਿਲਾਫ ਮਾਮਲਾ ਦਰਜ ਹੋਏ। ਸਰਦਾਰ ਗੁਰਜੀਤ ਸਿੰਘ ਤਲਵੰਡੀ ਸਾਡੇ ਨਾਲ ਨੇ, ਗੱਲਬਾਤ ਕਰਨਾ। ਤਲਵੰਡੀ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਂਦਾ, ਜਿਸ ਦੇ ਵਿੱਚ ਸ਼ਹੀਦੇ ਆਜ਼ਮ ਨੂੰ, ਹਾਲਾਂਕਿ ਉਹ ਕਹਿੰਦੇ ਕਿ ਕਿਉਂ ਦਰਜਾ ਨਹੀਂ ਦਿੱਤਾ ਸ਼ਹੀਦੇ ਆਜ਼ਮ ਦਾ ਹਜੇ ਤੱਕ ਭਾਰਤ ਦੀ ਸਰਕਾਰਾਂ ਨੇ, ਲੇਕਿਨ ਯੂਥ ਉਸ ਨੂੰ ਸ਼ਹੀਦੇ ਆਜ਼ਮ ਮੰਨਦਾ ਹੈ, ਉਸ ਦੀ ਆਈਡੀਓਲੋਜੀ ਨੂੰ ਫੋਲੋ ਕੀਤਾ ਜਾਂਦਾ ਹੈ। ਭਗਤ ਸਿੰਘ ਨੂੰ ਫੋਲੋ ਕੀਤਾ ਜਾਂਦਾ ਹੈ, ਉਸ ਦੀ ਆਈਡੀਓਲੋਜੀ ਨੂੰ ਫੋਲੋ ਕੀਤਾ ਜਾਂਦਾ ਹੈ, ਉਸ ਨੂੰ ਨਮਨ ਕੀਤਾ ਜਾਂਦਾ ਹੈ। ਉਸਨੇ ਜਿਹੜਾ ਤਿਆਗ ਕੀਤਾ, ਉਸਨੇ ਆਪਣੀ ਜ਼ਿੰਦਗੀ ਜਿਹੜੀ ਕੁਰਬਾਨ ਕੀਤੀ, ਉਸ ਨੂੰ ਨਮਨ ਕੀਤਾ ਜਾਂਦਾ। ਉਸ ਨੂੰ ਅੱਜ ਅੱਤਵਾਦੀ ਦੱਸਿਆ ਜਾ ਰਿਹਾ ਹੈ। ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ? ਬੜਾ ਹਾਸਨਾ ਪੈਣਾ ਹੈ ਮਾਨ ਸਾਹਿਬ ਦਾ। ਪਤਾ ਨਹੀਂ ਕਿਸ ਮਜਬੂਰੀ ਹੈ, ਆਪਣੇ ਕਿਹੜੀ ਯਾਰੀ ਪਗਾ ਰਹੇ ਨੇ ਤੇ ਕਿਹੜੇ ਆਪਣੇ ਆਕਾ ਨੂੰ ਖੁਸ਼ ਕਰ ਰਹੇ ਨੇ ਜਿਹੜਾ ਇਹਨਾਂ ਨੇ ਬਿਆਨ ਦਿੱਤਾ। ਜਿਹੜੀ ਤੁਸੀਂ ਲਿਸਟ ਦੱਸੀ ਉਹ 'ਚ ਮੈਂ ਨਾਮ ਐਡ ਕਰਨਾ ਚਾਹੁੰਦਾ। ਭਾਈ ਤਾਰੂ ਸਿੰਘ ਸ਼ਹੀਦ, ਠੀਕ ਹੈ ਜੀ। ਫਿਰ ਤੁਹਾਡੇ ਜਿਹੜੇ ਸ਼ਹੀਦ ਭਾਈ ਮਨ ਸਿੰਘ, ਠੀਕ ਹੈ ਜੀ। ਫਿਰ 20ਵੀਂ ਸ਼ਹੀਦ ਮਾਨ ਸ਼ਹੀਦ 20ਵੀਂ ਸਦੀ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ। ਮੈਂ ਕਿੰਨਾ ਕੁ ਇਹਨਾਂ ਦਾ ਨਾਮ ਲਵਾਂ, ਇਹਨਾਂ ਨੇ ਸਾਰਿਆਂ ਦੀ ਸ਼ਹੀਦੀ ਤੇ ਕੁਐਸਚਨ ਮਾਰਕ ਲਾਤਾ। ਦੋ ਚੀਜ਼ਾਂ ਨੇ, ਪਹਿਲੂ ਨੇ। ਪਹਿਲਾ ਪਹਿਲੂ ਕੱਲਾ ਭਗਤ ਸਿੰਘ ਸਾਹਿਬ ਦੇ ਉੱਤੇ ਜਿਹੜੇ ਨੇ ਟਿੱਪਣੀ ਕੀਤੀ, ਗੱਲ ਉੱਥੇ ਨਹੀਂ ਹਜੇ ਮੁੱਕੀ ਸੀ। ਕੱਲ ਇਹਨਾਂ ਨੇ ਇੱਕ ਨਵਾਂ ਚੰਨ ਚਾੜ੍ਹਤਾ। ਕਹਿੰਦੇ ਕਿ ਇੰਦਰਾ ਗਾਂਧੀ ਨੂੰ ਸਰੋਪਾ ਭੇਟ ਕਰਨਾ ਚਾਹੀਦਾ ਸੀ ਗੁਰੂ ਘਰ ਬੁਲਾ ਕੇ, ਅਕਾਲੀ ਲੀਡਰਸ਼ਿਪ ਤੋਂ, ਤੇ ਸੰਤ ਬਾਬਾ ਭਿੰਡਰਾਂ ਵਾਲੇ ਜਿੱਥੇ ਸੰਘਰਸ਼ ਕਰਕੇ ਆਪਣੀ ਜਾਨ ਦੇ ਕੇ ਗਏ ਤੇ ਸਿੱਖ ਕੌਮ ਨੂੰ ਉਹਨਾਂ ਨੇ ਆਂਚ ਰਿਆਣ ਦਿੱਤੀ। ਇੰਦਰਾ ਗਾਂਧੀ ਉਹੀ ਔਰਤ ਜਿਸ ਨੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਜਿਸ ਤੋਂ ਬਾਅਦ ਸਿੱਖ ਕੌਮ ਦੀ ਨਸਲਕੁਸ਼ੀ ਹੁੰਦੀ ਹੈ। ਜਿਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਦਰਖਤ ਗਿਰਦਾ, ਉਹਦਾ ਰਾਜੀਵ ਗਾਂਧੀ ਬੇਟਾ ਬਿਆਨ ਦਿੰਦਾ। ਕਦੇ ਰਾਜੀਵ ਗਾਂਧੀ ਨੂੰ ਕਹਿ ਦਿੰਦੇ ਕਿ ਬੰਦਾ ਮਾੜਾ ਨਹੀਂ ਸੀ, ਕਦੇ ਕਹਿ ਦਿੰਦੇ ਕਿ ਰਾਹੁਲ ਗਾਂਧੀ ਬੰਦਾ ਠੀਕ ਸੀ, ਰਾਹੁਲ ਗਾਂਧੀ ਬੰਦਾ ਠੀਕ ਹੈ। ਪਰ ਇਹ 'ਚ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜੀ ਵਿਨੀਤ ਜੀ, ਉਹ ਇਹ ਹੈ ਕਿ ਮਾਨ ਸਾਹਿਬ ਨੇ ਇਹ ਸਾਰੀਆਂ ਚੀਜ਼ਾਂ ਸਹੁੰ ਚੱਕਣ ਤੋਂ ਬਾਅਦ, ਐਮਪੀ ਬਣਨ ਤੋਂ ਬਾਅਦ ਕਹੀਆਂ। ਐਮਪੀ ਬਣਨ ਤੋਂ ਪਹਿਲਾਂ ਭਿੰਡਰਾਂ ਵਾਲਾ ਸਾਹਿਬ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਠੀਕ ਹੈ ਜੀ। ਸਾਨੂੰ ਖਾਲਿਸਤਾਨ ਦਿਓ, ਭਿੰਡਰਾਂ ਵਾਲਾ ਸਾਹਿਬ ਜਿੰਦਾਬਾਦ, ਤੇ ਭਗਤ ਸਿੰਘ ਜਿੰਦਾਬਾਦ। ਖੜਕਰ ਕਲਾ ਜਾ ਕੇ ਵੀ ਕਈ ਵਾਰ ਆਏ ਨੇ। ਤੇ ਹੁਣ ਕਹਿੰਦੇ ਕਿ ਕਿੱਲੀ ਟੰਗ ਕੇ ਸਾਰਾ ਕੁਛ ਆਪਦੇ ਪ੍ਰਿੰਸੀਪਲਸ, ਕਿ ਮੈਨੂੰ ਕੋਈ ਤਕਲੀਫ ਨਹੀਂ, ਇੰਦਰਾ ਗਾਂਧੀ ਨੂੰ ਵੀ ਸਰੋਪਾ ਦੇ ਦੇਣਾ ਚਾਹੀਦਾ ਸੀ, ਗੱਲ ਸ਼ਾਇਦ ਠੰਡੀ ਪੈ ਜਾਂਦੀ। ਸਿੱਖ ਇਤਿਹਾਸ ਨਾਲ ਖੇਡ, ਸਿੱਖੀ ਰੀਤੀ ਰਿਵਾਜ, ਆਪਣੀ ਲਤਾੜੀ ਹੋਈ ਕੌਮ ਸੀ ਹਿੰਦੁਸਤਾਨ ਦੀ। ਦਸਮ ਪਾਤਸ਼ਾਹ ਨੇ ਆਪਣੇ ਪਿਤਾ, ਆਪਣੇ ਲਾਲ, ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਸ਼ਹੀਦ ਕਰਾਏ। ਉਹਦੀ ਦੁਨੀਆ 'ਚ ਕੋਈ ਮੁਕਾਬਲਾ ਹੀ ਨਹੀਂ। ਅੰਮ੍ਰਿਤ ਦੀ ਦਾਤ ਬਖਸ਼ੀ, ਸਿੰਘ ਸਜਾਏ, ਜਬਰ ਜਨਾਹ ਦੇ ਉਲਟ ਲੜਨ ਵਾਲੇ ਬਣਾਏ। ਕਿ ਮਾਨ ਸਾਹਿਬ ਦੇ ਹਿਸਾਬ ਦੇ ਨਾਲ ਇਹਦਾ ਮਤਲਬ ਫਿਰ ਉਦੋਂ ਦੇ ਸਿੱਖ ਸੀ ਜਿਹੜੇ ਉਹ ਅਬਦਾਲੀ ਦੇ ਸਰੋਪਾ ਪਾ ਕੇ ਗੱਲ ਠੰਡੀ ਕਰ ਲੈਂਦੇ। ਜਿਨ੍ਹਾਂ ਨੇ ਅਬਦਾਲੀ ਨਾਲ ਲੋਹਾ ਲਿਆ, ਜਿਨ੍ਹਾਂ ਨੇ ਮੱਸੇ ਰੰਗਣ ਨਾਲ ਲੋਹਾ ਲਿਆ, ਉਹਦੇ ਸਰੋਪਾ ਸਾਹਿਬ ਪਾ ਕੇ ਠੀਕ ਕਰ ਦਿੰਦੇ। ਕਿ ਮਾਨ ਸਾਹਿਬ ਨੂੰ ਸਰੋਪਾ ਸਾਹਿਬ ਦਾ ਕੱਦ ਪਤਾ? ਮੈਨੂੰ ਤਾਂ ਲੱਗਦਾ ਪਤਾ ਹੈ ਜਿਹੜੀ ਇਹ ਗੱਲ ਕਰ ਰਹੇ ਨੇ। ਜਾਂ ਜੇ ਗੱਲ ਕਰ ਰਹੇ ਨੇ ਤਾਂ ਇਹਨਾਂ ਨੇ ਕੀ ਖੂਬੀ ਦੇਖ ਲਈ ਪਾਰਲੀਮੈਂਟ 'ਚ ਜਾ ਕੇ ਕਿ ਇੰਦਰਾ ਗਾਂਧੀ 'ਚ ਬੜੀ ਖੂਬੀ ਸੀ, ਉਹਨੂੰ ਸਰੋਪਾ ਸਾਹਿਬ ਚਾਹੀਦਾ ਸੀ। ਗੱਲ ਕੱਲੀ ਅਕਾਲੀ ਲੀਡਰਸ਼ਿਪ ਤੇ ਅਕਾਲੀ ਸੋਚਦੇ ਨਹੀਂ, ਇਹਨਾਂ ਨੇ ਤਾਂ ਪੂਰੀ ਸਿੱਖ ਇਤਿਹਾਸ ਤੇ ਕੁਐਸਚਨ ਮਾਰਕ ਲਾਤਾ। ਹੁਣ KP ਗਿੱਲ, ਤੁਹਾਡਾ ਮੈਨੂੰ KPS ਵੀ ਨਹੀਂ ਕਹਿੰਦਾ, ਸਿੰਘ ਨਹੀਂ ਲਾਉਣਾ ਚਾਹੀਦਾ ਉਹਦੇ ਨਾਲ, ਬੇਅੰਤ ਬੁੱਚੜ ਹੋ ਗਿਆ। ਆ ਜਿੰਨੇ ਸਿੱਖਾਂ ਦੇ ਨਸਲਕੁਸ਼ੀ ਕਰਨ ਵਾਲੇ ਨੇ ਬੰਦੇ, ਇਹਨਾਂ ਨੂੰ ਸਾਰਿਆਂ ਨੂੰ ਸਰੋਪਾ ਦੇ ਕੇ ਠੰਡਾ ਕਰ ਲੈਣਾ ਚਾਹੀਦਾ। ਇਹ ਮਾਨ ਸਾਹਿਬ ਦਾ ਕੀ? ਅੱਛਾ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਕੰਪੇਅਰ ਕਿਹਦੇ ਨਾਲ ਕਰ ਰਹੇ ਨੇ? ਕਹਿੰਦੇ ਜਿਵੇਂ ਮੇਰੇ ਨਾਨਾ ਅਰੂਰ ਸਿੰਘ,
ਨਾ ਭਾਈ ਨਾ ਸਿੰਘ। ਅਰੂਰ ਮੈਂ ਕਹੂੰਗਾ ਚਲੋ ਉਮਰ 'ਚ ਮੇਰੇ ਤੋਂ ਵੱਡੇ ਹੋਣੇ, ਸਤਿਕਾਰਯੋਗ ਨੇ, ਅਕਾਲ ਤਖਤ ਦੇ ਜਥੇਦਾਰ ਸਾਹਿਬ ਸੀ, ਪਰ ਉਹ ਇੱਕ ਮਹੰਤ ਟਾਈਪ ਲੋਕ ਸੀਗੇ, ਸਿੱਖ ਬ੍ਰਿਟਿਸ਼ਰਸ ਦੇ ਬਿਠਾਏ ਹੋਏ। ਉਹਨਾਂ ਨੂੰ ਆਰਡਰ ਆਫ ਬ੍ਰਿਟਿਸ਼ ਅੰਪਾਇਰ ਤੇ ਮੈਂਬਰ ਆਫ ਬ੍ਰਿਟਿਸ਼ ਅੰਪਾਇਰ ਵੀ ਮਿਲਿਆ ਹੋਇਆ ਸਾਰਾ। ਉਹ ਜਨਰਲ ਡਾਇਰ ਦਾ ਉੱਥੇ ਸਰੂਪਾ ਉਹ ਪਾ ਕੇ ਸਨਮਾਨ ਕਰਦੇ ਆ। ਜਨਰਲ ਡਾਇਰ ਕੋਈ ਨਿਮਾਣਾ ਸਿੱਖ ਵਜੋਂ ਜਾਂ ਗੁਰੂ ਘਰ ਦੇ ਸ਼ਰਧਾਲੂ ਵਜੋਂ ਨਹੀਂ, ਪੂਰਾ ਜਹਾਲੋ ਜਹਾਲ ਲੈ ਕੇ ਆਪਦਾ ਉੱਥੇ ਪਹੁੰਚਦਾ। ਤੇ ਉੱਥੇ ਜਨਰਲ ਡਾਇਰ ਆਪਦੀ ਉਹਦੇ ਵਿੱਚ ਲਿਖਦਾ ਹੈ ਬਾਇਓਗ੍ਰਾਫੀ ਦੇ ਵਿੱਚ। ਆ ਮੈਂ ਤੁਹਾਨੂੰ ਕੈਮਰਾ ਨਾਲ ਕਹੂੰਗਾ ਫੋਟੋ ਦਿਖਾਇਓ। ਆ ਰੋਜ਼ ਸਿੰਘ ਜਨਰਲ ਡਾਇਰ ਹੈ, ਤੇ ਇੱਕ ਉਹਨਾਂ ਦੀ ਬਾਇਓਗ੍ਰਾਫੀ ਛਾਪੀ ਉਹਨੇ ਜਨਰਲ ਡਾਇਰ ਨੇ ਯੂਕੇ ਦੇ ਵਿੱਚ। ਤੇ ਉਹਦੇ ਵਿੱਚ ਜਨਰਲ ਡਾਇਰ ਲਿਖਦਾ ਹੈ ਉਹਦੀਆਂ ਗੱਲਾਂ ਜਿਹੜੀਆਂ ਭਾਈ ਅਰੂਰ ਸਿੰਘ ਨਾਲ ਹੋਈਆਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ। ਇਹ ਸਭ ਤੋਂ ਖਾਸ ਕਰਕੇ ਗੱਲ ਉਹ ਕਹਿੰਦਾ ਹੈ ਕਿ ਭਾਈ ਅਰੂਰ ਸਿੰਘ ਨੇ ਮੈਨੂੰ ਕਿਹਾ ਕਿ ਗੋਲਡਨ ਟੈਂਪਲ ਹਾਈ ਪ੍ਰੀਸਟ ਮਤਲਬ ਅਕਾਲ ਤਖਤ ਦੇ ਜੱਦਾ ਮੈਨੂੰ ਕਹਿੰਦਾ ਹੈ ਕਿ ਤੈਨੂੰ ਸ੍ਰੀ ਸਾਹਿਬ ਪਾ ਲੈਣੀ ਚਾਹੀਦੀ ਹੈ। ਇਹ ਕਹਿੰਦਾ ਮੈਂ ਸਿੱਖ ਰੀਤੀ ਰਿਵਾਜ ਦੇ ਤਾਂ ਜਿਵੇਂ ਉਲਟਾ। ਜਨਰਲ ਡਾਇਰ ਕਹਿੰਦਾ, ਉਹ ਕਹਿੰਦਾ ਪਰ ਤੇਰੇ ਤਾਂ ਜਚੂਗੀ ਭਾਵੇਂ ਫੈਸ਼ਨ ਕਰਕੇ ਪਾਲਾ। ਫਿਰ ਜਨਰਲ ਡਾਇਰ ਅੱਗੇ ਉਹਨੂੰ ਕਹਿ ਰਿਹਾ ਹੈ ਕਿ ਤੁਸੀਂ ਤਾਂ ਨਾ ਤੰਬਾਕੂ ਪੀਂਦੇ ਹੋ ਤੇ ਨਾ ਤੁਸੀਂ ਕੇਸ ਕਟਾਉਂਦੇ ਹੋ, ਤੇ ਮੈਂ ਤਾਂ ਕੇਸ ਵੀ ਨਹੀਂ ਰੱਖਣੇ, ਤੇ ਮੈਂ ਤਾਂ ਸਿਗਰਟ ਤੋਂ ਬਗੈਰ ਤਾਂ ਮੇਰਾ ਗੁਜ਼ਾਰਾ ਨਹੀਂ। ਤੇ ਉਹ ਉਹਨੂੰ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਇੰਗਲਿਸ਼ ਦੱਸਦਾ, ਤੁਸੀਂ ਫਿਰ ਇਹਦਾ ਤਰਜ ਕਰਿਓ ਕਿ ਦ ਪ੍ਰੀਸਟ ਕੰਸੀਡਡ, ਕਿ ਆਰਗੂਮੈਂਟ 'ਚ ਉਹਦੇ ਨਾਲ ਬਹਿਸ ਨਹੀਂ ਕੀਤੀ ਜਥੇਦਾਰ ਅਕਾਲ ਤਖਤ ਨੇ। ਉਹ ਕਹਿੰਦਾ ਕੋਈ ਨਾ ਤੂੰ ਸ੍ਰੀ ਸਾਹਿਬ ਪਾਲਾ, we will let you give up smoking gradually and I promise you at the rate of 1 cigarette a year। ਸ੍ਰੀ ਪੀ ਕੇ ਸ੍ਰੀ ਸਾਹਿਬ ਪਾ ਕੇ ਤੂੰ ਸਿਗਰਟ ਪੀ ਚੱਲ, ਬੇਸ਼ੱਕ ਤੂੰ ਸਾਲ ਦੇ ਅੰਦਰ ਇੱਕ ਇੱਕ ਕਰਕੇ ਘਟਾਈ ਚੱਲ। ਹਾਸਾ ਮਜ਼ਾਕ ਹੋ ਰਿਹਾ ਅੰਮ੍ਰਿਤ ਦੀ ਦਾਤ ਦਾ। ਤੇ ਇਹ ਮੈਂ ਨਹੀਂ ਕਹਿ ਰਿਹਾ ਕਿ ਮੈਂ ਐਡਾ ਵੱਡਾ ਇੰਜਾਮ ਲਾਦਾ, ਕਿਉਂਕਿ ਇਹ ਸਾਰੀਆਂ ਗੱਲਾਂ ਮਾਨ ਸਾਹਿਬ ਆਪ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਹੈ SGPC, ਜਿਹੜਾ ਸਿੱਖ ਜਨਰਲ ਇਜਲਾਸ ਹੋਇਆ 2002 ਦੇ ਵਿੱਚ। ਉੱਥੇ ਆ ਦੇਖੋ ਤੁਹਾਨੂੰ ਮੈਂ ਤੁਹਾਨੂੰ ਅਖਬਾਰ ਦੀਆਂ ਹੈਡਲਾਈਨਾਂ ਦਿਖਾਉਣਾ। ਮਾਨ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਾਰੇ ਹਾਊਸ ਨੂੰ, ਤੇ ਅਕਾਲ ਤਖਤ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਮੇਰੇ ਨਾਨੇ ਨੂੰ ਮਾਫ ਕੀਤਾ ਜਾਏ ਤਾਂ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹ ਇੱਕ ਪੰਥ ਦਾ ਗੱਦਾਰ ਸੀ, ਤੇ ਪੰਥ ਤੋਂ ਇੱਕ ਬਹੁਤ ਵੱਡੀ ਪੰਥਕ ਭੁੱਲ ਹੋਈ। ਇਹ ਟਾਈਮਸ ਆਫ ਇੰਡੀਆ ਦਾ ਤੁਹਾਡਾ ਆਰਟੀਕਲ ਹੈ, ਮਾਨ ਸੌਰੀ ਫॉर ਨਾਨਾ ਸਰੂਪਾ ਟੂ ਡਾਇਰ, presenting of Surupa to Dyer as a Panthik mistake. Maan said his act of seeking apology ਕਿ will bring peace to his grandfather। ਇਹ ਅੱਗੇ ਲਿਖਦਾ। ਇਹ ਸਾਰੀਆਂ ਗੱਲਾਂ। ਫਿਰ ਇੰਦਰਾ ਗਾਂਧੀ ਮਾੜੀ, ਠੀਕ ਹੈ ਜੀ, ਤੇ ਰਾਜੀਵ ਗਾਂਧੀ ਮਾੜਾ, ਸਾਰੇ ਮਾੜੇ, ਖਾਲਿਸਤਾਨ ਚਾਹੀਦਾ ਮੈਨੂੰ, ਹਿੰਦੁਸਤਾਨ ਮਾੜਾ। ਤੇ ਅੱਜ ਪਾਰਲੀਮੈਂਟ ਜਾਂਦੇ ਨੇ ਮਾਨ ਸਾਹਿਬ, ਬੜੀ ਹਾਸੇ ਵਾਲੀ ਗੱਲ ਹੈ। ਉੱਥੇ ਪਾਰਲੀਮੈਂਟ ਜਾਂਦੇ ਕਿੱਥੇ ਨੇ? ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਹ ਪਵਿੱਤਰ ਧਰਤੀ ਜਿੱਥੇ ਉਹਦਾ ਧੜਦਾ ਹਿੰਦੂਆਂ ਲਈ ਮਹਾਰਾਜ ਨੇ ਕੁਰਬਾਨੀ ਦਿੱਤੀ ਉੱਥੇ, ਤੇ ਕਿ ਹਿੰਦੂ ਧਰਮ ਬਚੇ। ਉੱਥੇ ਜਾ ਕੇ ਉਹ ਪਵਿੱਤਰ ਧਰਤੀ ਤੇ ਮਹਾਰਾਜ ਦੇ ਬੋਲ ਨੇ ਦਸਮ ਪਾਤਸ਼ਾਹ ਦੇ ਕਿ ਬਾਹੇ ਜਿੰਨਾ ਕੀ ਪਕੜੀਏ। ਗੁਰੂ ਤੇਗ ਬਹਾਦਰ ਜੀ ਕੀ ਆਪਾਂ ਨੂੰ ਹੁਕਮ ਕਰਕੇ ਗਏ, ਸਿੱਖ ਕੌਮ ਨੂੰ ਪ੍ਰੇਰਨਾ ਕੀ ਦੇ ਕੇ ਗਏ ਕਿ ਬਾਹੇ ਜਿੰਨਾ ਕੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਬਾਬਾ ਹਿੰਦ ਦੀ ਚਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਕਿ ਤੁਹਾਨੂੰ ਧਰ ਵੀ ਲਾਉਣਾ ਪੈ ਜੇ ਸਿੱਖੋ ਜ਼ੁਲਮ ਦੇ ਖਿਲਾਫ, ਜਿਵੇਂ ਮੈਂ ਆਪਦੀ ਕੁਰਬਾਨੀ ਦਿੱਤੀ ਹੈ। ਤੁਸੀਂ ਆਉਣ ਵਾਲੇ ਸਿੱਖੋ ਮੇਰੇ ਬੱਚੋ, ਤੁਸੀਂ ਐਵੇਂ ਹੀ ਜ਼ੁਲਮ ਜਲਾਬ ਦੇ ਲੜਨਾ ਰਹਿਣਾ। ਉਸੇ ਧਰਤੀ ਤੇ ਪ੍ਰੈਸ ਕਾਨਫਰੰਸ ਕਰਦੇ ਆ, ਸਾਰੇ ਆਪਣੇ ਸਮਰਥਕਾਂ ਨੂੰ ਛੱਡ ਕੇ, ਚਾਹ ਪਕੌੜੇ ਖਾ ਕੇ, ਸਰੂਪੇ ਦੇ ਸ੍ਰੀ ਸਾਹਿਬ ਉੱਤੇ ਛੱਡ ਕੇ ਇਕੱਲੇ ਜਾਂਦੇ ਆ। ਸਪੀਕਰ ਨੂੰ ਲੈਟਰ ਲਿਖਦੇ ਨੇ, ਲੋਕ ਸਭਾ ਸਪੀਕਰ ਨੂੰ, ਕਿ ਜੀ ਮੈਨੂੰ ਇਕੱਲੇ ਨੂੰ ਹੀ ਸਹੁੰ ਚੁਕਾ ਦਿਓ ਆਪਦੇ ਚੈਂਬਰ 'ਚ, ਕਿ ਜੇ ਕਿਤੇ ਮੈਂ ਹਿੰਦੁਸਤਾਨ ਦੀ, ਭਾਰਤ ਦੇ ਸੰਵਿਧਾਨ ਦੀ ਸਹੁੰ ਸਾਰੇ ਲੋਕਾਂ ਅੱਗੇ ਲੋਕ ਸਭਾ ਅਸੈਂਬਲੀ 'ਚ ਚੱਕ ਲਈ ਤੇ ਮੇਰੀ ਕੌਮ ਨੇ ਤਾਂ ਜੀ ਮੇਰਾ ਜਲਥਲ ਕਰ ਦੇਣਾ। ਪਰ ਭਾਵਕ ਤੁਹਾਨੂੰ ਵੋਟਾਂ ਪਾਈਆਂ, ਬਾਪੂ ਅਸੀਂ ਤੁਹਾਨੂੰ ਜਿਤਾ ਕੇ ਭੇਜਿਆ ਕਿ ਸਾਡੇ ਬਾਪੂ ਜਾ ਕੇ ਗੱਲ ਕਰੂਗਾ, ਤੇ ਬਾਪੂ ਦਾ ਹਮੇਸ਼ਾ ਮਿਹਣਾ ਹੁੰਦਾ ਸੀ ਕੌਮ ਮੇਰਾ ਸਾਥ ਨਹੀਂ ਦਿੰਦੀ। ਮੇਰਾ ਤਾਂ ਐਡਾ ਲੰਬਾ ਸੰਘਰਸ਼ ਹੈ ਤੇ ਐਡੀ ਉੱਚੀ ਸ਼ਖਸੀਅਤ ਹੈ ਮਾਨ ਸਾਹਿਬ ਦੀ ਕਿ ਸਾਰੇ ਜਿੰਨੇ NRI ਨੇ, ਮੈਂ ਕਹਿੰਦਾ ਕੋਈ ਸ਼ਾਇਦ ਹੀ ਹੋਵੇ ਪਰਿਵਾਰ, ਉਹ ਆਪਦੇ 10 ਨਾਉਂ ਦੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਇਹਨਾਂ ਨੂੰ ਭੇਜਦੇ ਰਹੇ ਕਿ ਬਾਪੂ ਦੀ ਸੇਵਾ 'ਚ ਕੋਈ ਕਮੀ ਨਾ ਰਹਿ ਜੇ ਸੰਘਰਸ਼ 'ਚ, ਕਿ ਐਡਾ ਰੁਤਬਾ ਬਾਪੂ ਦਾ, ਐਡਾ ਪ੍ਰਿੰਸੀਪਲ ਵਾਲੇ ਆਦਮੀ ਹੈ।
ਇਹ ਸਾਰਾ ਕੁਝ ਹੀ ਛੱਡ ਕੇ ਜਾਂ ਤਾਂ ਬਾਪੂ ਆਪਣਾ ਭੋਲਾ ਪੰਛੀ ਨੂੰ ਦੱਸੇ ਨੇ ਕਿਸੇ ਨੇ ਕਿ ਅੰਦਰਲੀ ਤਸਵੀਰ ਵੀ ਬਾਹਰ ਆਈ ਜਾਂਦੀ ਹੈ। ਉਹ ਬੀਜੇਪੀ ਵਾਲੇ ਵੀ ਬੜੇ ਚਲਾਕ ਨੇ, ਉਹਨਾਂ ਨੇ ਤਿਰੰਗੇ ਦੇ ਨਾਲ ਫੋਟੋ ਟਕਾ ਕੇ ਖੜਾ ਕੇ ਅੰਦਰ ਖਿੱਚੀ ਤੇ ਖਿੱਚ ਕੇ ਆ ਕੇ ਸਾਰੇ ਰਿਲੀਜ਼ ਵੀ ਕਰਤੀ। ਤੇ ਉਹ ਤੋਂ ਬਾਅਦ ਕੱਲੀ ਗੱਲ ਉੱਥੇ ਹੀ ਨਹੀਂ, ਫਿਰ ਆ ਅੰਦਰ ਲੋਕ ਸਭਾ ਜਦੋਂ ਪ੍ਰੋਸੀਡਿੰਗ ਸ਼ੁਰੂ ਹੁੰਦੀਆਂ ਆ ਸਾਰੇ ਦੇਖੋ ਸ਼ਾਂਤੀ ਨਾਲ ਖੜੇ, ਰਿਸਪੈਕਟ ਨੈਸ਼ਨਲ ਐਂਥਮ ਹੈ, ਸੁਭਾਵਕ ਹੈ ਸਾਰਿਆਂ ਨੇ ਖੜਨਾ। ਇਤਰਾਜ਼ਗੀ ਜੇਕਰ ਤਿਰੰਗੇ ਨਾਲ ਫੋਟੋ ਆ ਵੀ ਗਈ, ਨੈਸ਼ਨਲ ਐਂਥਮ ਨੂੰ ਸਨਮਾਨ ਦਿੱਤਾ ਵੀ ਹੈ, ਤੇ ਇਸ 'ਚ ਇਤਰਾਜ਼ ਕੀ? ਇਤਰਾਜ਼ ਇਹ ਹੈ ਕਿ ਬਾਰਡਰ ਪਾਰ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਮੈਂ, ਤੇ ਬਾਰਡਰ ਟੱਪਦੇ ਕਾਂਗਰਸ ਦੇ ਕੈਂਡੀਡੇਟ ਨੂੰ ਪ੍ਰੈਜ਼ੀਡੈਂਸ਼ੀਅਲ ਦੇ ਨੂੰ ਵੀ ਵੋਟ। ਤੇ ਤੁਹਾਨੂੰ ਦੂਜੀ ਫੋਟੋ ਵੀ ਦਿਖਾਉਣਾ, ਕਾਂਗਰਸ ਐਮਪੀਐਸ ਨਾਲ ਹਾ ਹੀ ਚੱਲ ਰਹੀ ਅੰਦਰ, ਉੱਥੇ ਬੈਠੇ ਨੇ ਤੇ ਇੱਥੇ ਮੁੱਛਾਂ ਤਾਣ ਮੈਂ ਭਾਰਤ ਸਰਕਾਰ ਨਾਲ ਬਦਲੇ ਲੂੰਗਾ, ਉੱਥੇ ਮੁੱਛਾਂ ਵੀ ਥੱਲੇ, ਤੇ ਇੱਥੇ ਸ੍ਰੀ ਸਾਹਿਬ ਕੋਈ ਰੋਕਦਾ ਹੋਵੇ ਤਾਂ ਸ੍ਰੀ ਸਾਹਿਬ ਵੀ ਛੱਡ ਦੇਣੀ ਹੈ। ਤੇ ਆ ਸਾਰੇ ਆਰਾਮ ਨਾਲ ਉੱਥੇ ਖੜੇ ਨੈਸ਼ਨਲ ਐਂਥਮ ਰਿਸਪੈਕਟ ਨਾਲ ਖੜੇ। ਆ ਬਾਪੂ ਆਪਣਾ ਕੱਲਾ ਹੀ ਦੇਖੋ ਮੂੰਹ ਅੱਡ ਕੇ ਗਾ ਰਿਹਾ, ਇੱਥੇ ਕੁਝ ਹੋਰ ਉੱਥੇ ਕੁਝ ਹੋਰ। ਮੇਰਾ ਕਹਿਣ ਦਾ ਭਾਵ ਹੈ ਜਿਸ ਹਿਸਾਬ ਨਾਲ ਇਹਨਾਂ ਦੀ ਸ਼ਖਸੀਅਤ ਹੈ, ਇੱਕ ਲਾਈਨ ਰੱਖਣ। ਇਹ ਕਿ ਜਾਂ ਤਾਂ ਇਹਨਾਂ ਨੂੰ ਐ ਕਿ ਉੱਧਰ ਦੀ ਗੱਲ ਇੱਥੇ ਕੋਈ ਆਈ ਨਹੀਂ ਰਹੀ, ਟੈਕਨੋਲੋਜੀ ਤੋਂ ਹੀ ਮੇਰੇ ਖਿਆਲ ਵਾਕਫ ਨਹੀਂ ਹੈਗੇ ਕਿ ਕੀ ਅੱਜ ਕੱਲ੍ਹ ਚੱਲ ਰਿਹਾ। ਚਲੋ ਦਿਖਾ ਦਿਓ ਜਿਹੜੀ ਕਾਂਗਰਸੀ ਆਗੂਆਂ ਦਾ ਹੈ ਨਹੀਂ ਜੀ ਫੋਟੋ, ਇਹ ਤਾਂ ਕੋਈ ਛੋਟੇ ਪੱਤਰਕਾਰ ਵੀਰ ਮੈਨੂੰ ਦੇ ਕੇ ਗਿਆ ਕਿ ਜੀ ਇਹਦੇ ਉੱਤੇ ਕੀ ਟਿੱਪਣੀ ਹੈ ਤੁਹਾਡੀ, ਕਿ ਆ ਔਜਲਾ ਭਾਈ ਆਪਣਾ ਗੁਰਜੀਤ ਬੈਠਾ ਹੈ, ਔਜਲਾ ਐਮਪੀ ਅੰਮ੍ਰਿਤਸਰ ਵਾਲੇ, ਆ ਡਿੰਪਾ ਜੀ ਬੈਠੇ ਆ ਬੇਅੰਤ ਦਾ ਬੁੱਚੜ ਬੈਠਾ ਉਹ ਬਿੱਟੂ ਹੈ, ਤੇ ਆ ਤੁਹਾਡਾ ਮਹਾਰਾਣੀ ਪ੍ਰਨੀਤ ਕੌਰ ਇਹਨਾਂ ਦੀ ਸਾਲੀਆਰ ਬੈਠੇ ਆ। ਤੇ ਆ ਦੇਖੋ ਪਤਾ ਨਹੀਂ ਕੀ ਅੰਦਰ ਉੱਥੇ ਟੀਚਰ ਕਰ ਰਹੇ ਨੇ, ਤੇ ਉਹ ਪ੍ਰਨੀਤ ਕੌਰ ਨੀਵੀਂ ਵਿੱਚ ਬੈਠੀ ਹੈ ਤੇ ਸਾਰੇ ਹੱਸ ਰਹੇ ਨੇ ਮਾਣ ਨਾਲ। ਇਹ ਪਤਾ ਨਹੀਂ ਕੀ ਕਰਦੇ ਅੰਦਰ ਜਾ ਕੇ। ਤੁਸੀਂ ਮਾੜੀ ਜੀ ਦੇਖ ਲਓ ਫੋਟੋ, ਇਹ ਉੱਥੇ ਜਾ ਕੇ ਉਹਨਾਂ ਦੇ ਗੋਦੀ 'ਚ ਬਹਿਣਾ। ਕਾਂਗਰਸ ਦੇ ਕੈਂਡੀਡੇਟ ਨੂੰ ਤੁਸੀਂ ਘੱਟੋ ਘੱਟ ਵੋਟ ਪਾ ਕੇ ਆਏ ਹੋ, ਉਹਨੂੰ ਵੀ ਵੋਟ ਪਾਏ ਤੇ ਇੱਥੇ ਵੀ ਇਹਨਾਂ ਦੇ ਨਾਲ ਬੈਠੇ ਹੋ। ਤੇ ਇਹ ਤਾਂ ਸਾਰੀ ਗੱਲ ਪ੍ਰਚਲਿਤ ਹੈ, ਸਾਰਿਆਂ ਨੂੰ ਪਤਾ ਕਿ ਸਿੱਧਾ ਪ੍ਰਧਾਨ ਮੰਤਰੀਆਂ ਨਾਲ ਮਾਨ ਸਾਹਿਬ ਦੀ ਗੁਪਤ 'ਚ ਗੱਲ ਗੁੱਲ ਹੋ ਜਾਂਦੀ ਹੁੰਦੀ ਹੈ, ਜਿਹੜੇ ਮਰਜ਼ੀ ਦੇਸ਼ ਵਾਲੇ ਨਾ ਕਰੀ ਜਾਣ। ਤੇ ਇਹ ਜਿੱਥੇ ਮਰਜ਼ੀ ਸੀਟ ਲੈ ਲੈਂਦੇ, ਇਹਨਾਂ ਨੂੰ ਉੱਥੇ ਕਿਉਂ ਲੈਣੀ ਸੀ ਉਹਨਾਂ ਦੇ ਵਿੱਚ, ਇਹਨਾਂ ਦਾ ਜੀ ਨਹੀਂ ਸੀ ਕਾਂਗਰਸ। ਇਹ ਤਾਂ ਮੈਂ ਨਹੀਂ ਕੁਝ ਕਹਿ ਸਕਦਾ ਜੀ, ਇਹ ਤਾਂ ਹੁਣ ਤੁਹਾਡੀ ਮਾਨ ਸਾਹਿਬ ਹੀ ਦੱਸ ਸਕਦੇ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਤਕਰੀਬਨ 30-40 ਸਾਲ ਦਾ ਸੰਘਰਸ਼ ਕੀ ਘੋਲ ਕੇ ਪਿਲਾਤਾ ਪਾਰਲੀਮੈਂਟ ਦੀ ਚਾਹ 'ਚ ਹੀ, ਪਤਾ ਨਹੀਂ ਕੀ ਪਾਉਂਦੇ ਨੇ ਉਹ, ਜਾਂ ਪਾਣੀ 'ਚ ਹੀ ਕੀ ਪਾਉਂਦੇ ਨੇ, ਕੀ ਜਿਹੜਾ ਇੱਥੋਂ ਜਿਤਾ ਕੇ ਭੇਜੀ ਦੇ ਉੱਥੇ ਜਾ ਕੇ ਗੱਲ ਹੀ ਹੋਰ ਕਰਨ ਲੱਗ ਜਾਂਦੇ ਆ। ਠੀਕ ਹੈ ਨਾ, ਹੁਣ ਭੇਜਿਆ ਪੈਂਦਾ ਭਗਵੰਤ ਮਾਨ ਵੀ ਸੀ ਪੰਜਾਬ ਦੇ ਲੋਕਾਂ ਨੇ, ਉਹ ਤੇ ਕਿਸੇ ਨੂੰ ਕੋਈ ਗਿਲਾ ਨਹੀਂ, ਕਿਉਂਕਿ ਜੋ ਅੰਦਰ ਹੈ ਉਹ ਬਾਹਰ ਹੈ। ਉਹ ਇੱਥੇ ਵੀ ਸ਼ਰਾਬ ਪੀਂਦਾ ਸੀ, ਉੱਥੇ ਵੀ ਸ਼ਰਾਬ ਪੀ ਜਾਂਦਾ ਸੀ ਭਗਵੰਤ ਮਾਨ, ਉਹ ਸਾਰਿਆਂ ਨੂੰ ਪਤਾ ਕਿ ਪੀਂਦਾ, ਗੁਰੂ ਘਰ ਵੀ ਪੀ ਕੇ ਗਿਆ। ਠੀਕ ਹੈ ਨਾ, ਉਹ ਜੋ ਹੈ ਉਹ ਸਾਹਮਣੇ ਹੈ। ਉਹ ਇਸ ਗੱਲ ਦਾ ਘੱਟੋ ਘੱਟ ਇਹ ਤਾਂ ਹੈ ਨਾ ਕਿ ਜੋ ਹੈ ਸਾਹਮਣੇ ਹੈ, ਲੁੱਕ ਛਿਪ ਕੇ ਤਾਂ ਨਹੀਂ ਹੈ ਨਾ। ਇਹ ਤਾਂ ਲੋਕਾਂ ਦਾ ਜਿਵੇਂ ਬੇਵਕੂਫ ਬਣਾਉਣ ਵਾਲੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ। ਇਹਨਾਂ ਦੀ ਸ਼ਖਸੀਅਤ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਮਾਨ ਸਾਹਿਬ ਨੂੰ। ਨਾਲੇ ਸਿੱਖ ਇਤਿਹਾਸ ਨਾਲ ਛੇੜਛਾੜ, 10 ਪਾਤਸ਼ਾਹਾਂ ਦੇ ਸਿਧਾਂਤਾਂ ਦੇ ਉਲਟ। ਠੀਕ ਹੈ ਜੀ, ਫਿਰ ਖਾਸ ਕਰਕੇ ਯੂਥ ਨੂੰ ਗੁੰਮਰਾਹ ਕਰਨਾ। ਇੱਥੇ ਕਹੀ ਜਾਣਾ ਜੀ ਆਪਾਂ ਹਿੰਦੁਸਤਾਨ ਦੇ ਗੁਲਾਮ ਹੈ, ਖਾਲਿਸਤਾਨ ਚਾਹੀਦਾ ਹੈ, ਸ਼ਸਤਰ ਚੱਕ ਲਓ, 47 ਚੱਕ ਲਓ, ਉੱਥੇ ਜਾ ਕੇ ਕਹਿਣਾ ਕਿ ਜਨ ਗਣ ਮਨ ਭਾਰਤ ਭਾਗਿਆ ਵਿਧਾਤਾ। ਇਹ ਕੋਈ ਗੱਲ ਥੋੜੀ ਹੈ ਜੀ। ਹਾਂਜੀ, ਹੁਣ ਗੱਲ ਹੁੰਦੀ ਹੈ ਕਿ ਅਖੰਡ ਭਾਰਤ ਹੋ ਜਾਏ। ਹੁਣ ਤੇ ਜੰਮੂ ਕਸ਼ਮੀਰ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਪੂਰਾ ਜਿਹੜਾ ਐਕੋਪਾਈਡ ਪਾਕਿਸਤਾਨ ਵਾਲਾ ਜੰਮੂ ਕਸ਼ਮੀਰ ਹੈ, ਕਸ਼ਮੀਰ, ਉਸ ਨੂੰ ਵੀ ਕਹਿੰਦੇ ਭਾਰਤ ਦੇ ਵਿੱਚ ਮਿਲਾਉਣ ਦੀ ਗੱਲਾਂ ਹੋ ਰਹੀਆਂ ਨੇ ਤਾਂ ਕਿ ਅਖੰਡ ਭਾਰਤ ਬਣਾਇਆ ਜਾਏ। ਉਸ ਦੇ ਵਿੱਚ ਅਗਰ ਅਖੰਡ ਭਾਰਤ ਦੇ ਵਿੱਚ ਇਹਨਾਂ ਨੇ ਵੀ ਪਹਿਲ ਕਦਮੀ ਕਰਤੀ, ਉਸ 'ਚ ਕੀ ਇਤਰਾਜ਼? ਨਹੀਂ, ਇਤਰਾਜ਼ ਮੈਨੂੰ ਤਾਂ ਇਹ ਨਹੀਂ ਹੈਗਾ ਕਿ ਅਖੰਡ ਭਾਰਤ ਦੇ ਵਿੱਚ ਮੇਰੇ ਵੱਲੋਂ ਤਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣ ਜੇ, ਚਾਈਨਾ ਦਾ ਕੀ ਜਾ ਵੜੇ ਗੱਲ। ਪਰ ਐਂ ਗੱਲ ਹੀ ਨਾ ਜੀ ਹੁੰਦੀ, ਇਹਦੇ ਨਾਲ ਹੁੰਦਾ ਕਿ ਇਹ ਮਾਹੌਲ ਖਰਾਬ ਹੋ ਜਾਂਦਾ। ਤੁਸੀਂ ਲੋਕਾਂ ਦੇ ਗੱਲ ਕਰੋਗੇ? ਮੈਂ ਸਵਾਲ ਨਹੀਂ ਜੀ, ਮੈਂ ਹੋਕਾ ਦੇ ਸਕਦਾ, ਕਿਉਂਕਿ ਉਹਨਾਂ ਦੀ ਸ਼ਖਸੀਅਤ ਵੱਡੀ ਹੈ, ਤਜਰਬਾ ਵੱਡਾ। ਨਾ ਮੈਂ ਕਹਾਂਗਾ ਕਿ ਮਾਫੀ ਮੰਗੋ, ਆਹ ਕਰੋ ਉਹ ਕਰੋ, ਮੈਂ ਕੁਝ ਨਹੀਂ ਕਰਨਾ। ਮੈਂ ਬਸ ਇਹ ਕਹਿਣਾ ਕਿ ਮਾਨ ਸਾਹਿਬ ਬਾਪੂ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਸਿੱਖ ਕੌਮ ਨੇ, ਪੰਜਾਬੀ ਯੂਥ ਨੇ ਇੱਕ ਪਾਸਾ ਹੀ ਲੱਗਾ ਤੁਹਾਨੂੰ ਜਿਤਾ ਕੇ, ਬਹੁਤ ਜ਼ਿਆਦਾ ਆਸ। ਪਰ ਇੱਕ ਗੱਲ ਯਾਦ ਰੱਖੋ ਕਿ ਇਹ ਤੁਹਾਡੀ ਟੈਸਟ ਡਰਾਈਵ ਹੈ। ਜਿਵੇਂ ਗੱਡੀ ਲੈਣ ਜਾਈਦਾ ਨਾ ਆਪਾਂ, ਟੈਸਟ ਡਰਾਈਵ ਕਰੀਦੀ ਕਿ ਲੈਣੀ ਕਿ ਨਹੀਂ, ਇਹ ਟੈਸਟ ਡਰਾਈਵ ਹੈ। ਆਹ ਸਾਲ 2 ਸਾਲ ਦਾ ਜਿਹੜਾ ਸਮਾਂ, ਇਸ ਤੋਂ ਬਾਅਦ ਤਾਂ 5 ਸਾਲ ਵਾਲੀ ਆਉਣੀ ਹੈ। ਉਹਨੂੰ ਮਨ 'ਚ ਰੱਖਿਓ ਆਪਦੇ, ਕਿਤੇ ਪੈਨ ਵਾਂਗੂ ਫੇਰ ਨਾ ਹੋ ਜੇ। ਤੇ ਜਿਹੜੀ ਤੁਹਾਡੀ ਸ਼ਖਸੀਅਤ ਹੈ, ਉਹਨੂੰ ਜਿਹੜੀ ਦਵੈਤ ਹੈ ਭਾਵਨਾ, ਇਹ ਉਹਨੂੰ ਚੱਜਦੀ ਨਹੀਂ। ਸਿੱਧੇ ਤੌਰ ਤੇ ਕਈ ਵਾਰ ਸਵਾਲ ਖੜੇ ਕੀਤੇ ਨੇ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਟੈਸਟ ਡਰਾਈਵ ਹੈ ਹਜੇ 2 ਸਾਲ ਦੀ, ਟੈਸਟ ਡਰਾਈਵ ਤੋਂ ਬਾਅਦ 5 ਸਾਲ ਹੋਰ ਵੀ ਆਣੇ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਅੱਜ ਇਹਨਾਂ ਦੇ ਜਿਹੜੇ ਸਵਾਲ ਨੇ, ਇਸ ਦਾ ਜਵਾਬ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਕਿਸ ਲਹਿਜ਼ੇ ਦੇ ਵਿੱਚ ਦਿੰਦੇ ਹੋਏ ਨਜ਼ਰ ਆਉਣਗੇ। ਕੈਮਰਾਮੈਨ ਦੀਪਕ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ,
ਚੰਡੀਗੜ੍ਹ। ਮੀਆਂ ਮੁਰਾਦ ਅਲੀ ਜੀ ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ। ਹਰ ਸਮੱਸਿਆ ਦਾ ਸਮਾਧਾਨ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿੱਤਾ ਕਿਰਾਇਆ, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली, पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।